ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਖਬਰਾਂ ਦੀ। ਅਮਰੀਕਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਪੰਜਾਬੀ ਜੋ ਅਮਰੀਕਾ ਦੇ ਵਿੱਚ ਗੋਲੀ ਮਾਰ ਕੇ ਕਤਲ ਕੀਤਾ ਗਿਆ, ਉਹ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪਈ ਨਾਲ ਸੰਬੰਧਿਤ ਦੱਸਿਆ ਗਿਆ, ਜਿਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਅਮਰੀਕਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਪੰਜਾਬੀ ਨੌਜਵਾਨ ਦਾ ਕਤਲ ਹੋਇਆ, ਉਸ ਦਾ ਨਾਮ ਪਰਮਵੀਰ ਸਿੰਘ ਦੇ ਤੌਰ ਤੇ ਉੱਪਰ ਦੱਸਿਆ ਗਿਆ, ਜੋ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਜੀ ਹਾਂ, ਇਹ ਮਾਮਲਾ ਮਿਸੀਸਿਪੀ ਸੂਬੇ ਨਾਲ ਸੰਬੰਧਿਤ ਦੱਸਿਆ ਗਿਆ, ਜਿੱਥੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਪਈ ਦੇ ਰਹਿਣ ਵਾਲੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਦਾ ਨਾਮ ਪਰਮਵੀਰ ਸਿੰਘ ਦੇ ਤੌਰ ਤੇ ਉੱਪਰ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 33 ਸਾਲ ਦੇ ਕਰੀਬ ਹੈ। ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਮਾਂ-ਬਾਪ ਦਾ ਇਕਲੌਤਾ ਪੁੱਤ ਸੀ, ਜੋ ਕਿ ਆਪਣੇ ਮਾਂ-ਬਾਪ ਦੇ ਸੁਪਨੇ ਪੂਰਾ ਕਰਨ ਵਾਸਤੇ ਅਮਰੀਕਾ ਵਿੱਚ ਗਿਆ। ਇਸ ਮਾਮਲੇ ਸੰਬੰਧੀ ਜੋ ਹੁਣ ਤੱਕ ਦੀ ਅਪਡੇਟ ਸਾਹਮਣੇ ਆਈ ਹੈ, ਉਸ ਵਿੱਚ ਪਤਾ ਚੱਲਿਆ ਹੈ ਕਿ ਨੌਜਵਾਨ ਪਰਮਜੀਤ ਸਿੰਘ ਟੋਪੋਲੇ ਸ਼ਹਿਰ ਦੇ ਗੈਸ ਸਟੇਸ਼ਨ ਦੇ ਨਜ਼ਦੀਕ ਇੱਕ ਸਟੋਰ ਦੇ ਉੱਪਰ ਕੰਮ ਕਰਦਾ ਸੀ। ਇਸ ਸਟੋਰ ਦੇ ਵਿੱਚ ਉਹ ਕਲਰਕ ਦੇ ਤੌਰ ਦੇ ਉੱਪਰ ਨੌਕਰੀ ਕਰਦਾ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ, ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਟੋਰ ਤੇ ਬੈਠਾ ਸੀ। ਇਸ ਦੌਰਾਨ ਇੱਕ ਅਫਰੀਕੀ ਮੂਲ ਦਾ ਸਸਪੈਕਟ ਆਇਆ ਤੇ ਉਸਨੇ ਸਟੋਰ ਦੇ ਵਿੱਚ ਆ ਕੇ ਹਮਲਾ ਕਰ ਦਿੱਤਾ। ਸਟੋਰ ਦੇ ਵਿੱਚ ਦਾਖਲ ਹੁੰਦਿਆਂ ਉਸਨੇ ਕਰਮਚਾਰੀ ਜਾਣੀ ਕਿ ਪਰਮਜੀਤ ਸਿੰਘ ਦੇ ਉੱਪਰ ਗੋਲੀ ਚਲਾ ਦਿੱਤੀ। ਗੋਲੀਬਾਰੀ ਦੀ ਇਸ ਘਟਨਾ ਦੇ ਵਿੱਚ ਪਰਮਜੀਤ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਬਾਕੀ ਦੀ ਜਾਣਕਾਰੀ ਦੇਵੇਗੀ। ਅਮਰੀਕਾ ਤੋਂ ਆਉਣ ਵਾਲੇ ਹਥਿਆਰਾਂ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਕੈਨੇਡਾ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਜਿਹੜੇ ਹਥਿਆਰ ਨੇ ਉਹਨਾਂ ਖਿਲਾਫ ਐਕਸ਼ਨ ਲਿਆ ਜਾਵੇ। ਅਮਰੀਕਾ ਤੋਂ ਆਉਣ ਵਾਲੇ ਹਥਿਆਰਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਇਹ ਮੰਗ ਹੁਣ ਹਾਲਟਨ ਪੁਲਿਸ ਦੇ ਚੀਫ ਵੱਲੋਂ ਕੀਤੀ ਗਈ। ਜੀ ਹਾਂ, ਉਹਨਾਂ ਦਾ ਕਹਿਣਾ ਹੈ ਕਿ ਟੋਰਾਂਟੋ ਦੇ ਵਿੱਚ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਉਸ ਤੋਂ ਬਾਅਦ ਅਮਰੀਕਾ ਤੋਂ ਆਉਣ ਵਾਲੀਆਂ ਗਨਸ ਖਿਲਾਫ ਕਾਰਵਾਈ ਕਰਨ ਦੀ ਜ਼ਰੂਰਤ ਹੈ। ਦੱਸ ਦਈਏ ਕਿ GTA ਵਿੱਚ ਜੋ ਰੈਂਪੇਜ ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ, ਉਸ ਵਿੱਚ ਕਈ ਜਾਣੇ ਜ਼ਖਮੀ ਹੋਏ ਤੇ ਕਈਆਂ ਦੀ ਮੌਤ ਵੀ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਪ੍ਰੈਸ ਕਾਨਫਰੰਸ ਕਰਵਾਈ ਗਈ, ਜਿੱਥੇ ਉਹਨਾਂ ਨੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਉਹਨਾਂ ਵੱਲੋਂ ਗਨਸ ਖਿਲਾਫ ਐਕਸ਼ਨ ਦੀ ਵੀ ਮੰਗ ਕੀਤੀ ਗਈ ਹੈ। ਉਹਨਾਂ ਵੱਲੋਂ ਗਨਮੈਨ ਦਾ ਨਾਮ ਸ਼ੌਨ ਅਤੇ ਉਮਰ 40 ਸਾਲ ਦੇ ਕਰੀਬ ਦੱਸੀ ਗਈ, ਜਿਸ ਦੇ ਪਿਛਲੇ ਬੈਕਗ੍ਰਾਉਂਡ ਦੇ ਬਾਰੇ ਵੀ ਉਹ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਹਨ। ਇਸ ਬਾਰੇ ਹੁਣ ਹੋਰ ਕੀ ਅਧਿਕਾਰੀਆਂ ਵੱਲੋਂ ਡਿਟੇਲ ਦਿੱਤੀ ਗਈ ਤੇ ਕਿਉਂ ਉਹਨਾਂ ਨੇ ਹਥਿਆਰਾਂ ਉੱਪਰ ਐਕਸ਼ਨ ਲੈਣ ਦੀ ਮੰਗ ਕੀਤੀ ਹੈ, ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। At the time, Constable Hong was in Mississauga for a training day to instruct a motorcycle operations course that was sponsored by Peel Regional Police at one of our training facilities nearby. At the time of the incident, Constable Hong was on his lunch break and had offered to get his colleagues who he was training with coffee. This is when the suspect ambushed and shot him at close range. We have since learned that the suspect arrived at the location 2 hours and 15 minutes prior to the shooting of Officer Hong. In our media brief on Monday evening, we had shared information that another victim in Mississauga was transported to a local trauma center. What happened was, after the murder of Constable Hong, the suspect immediately fled the coffee shop across the road to an adjacent parking lot, shot and carjacked another victim and stole a vehicle. That victim is now in stable condition but has suffered life-altering injuries. We also reported on Monday evening that the same suspect then proceeded to the town of Milton in the region of Halton, where he shot 3 people. He killed one, injured another, and has left a third to fight for their life while he fled. ਯੂਕਰੇਨ ਦੇ ਰਾਸ਼ਟਰਪਤੀ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ। ਉਹਨਾਂ ਦੇ ਵਾਹਨ ਦੀ ਖੋਰ ਵਾਹਨ ਦੇ ਨਾਲ ਟੱਕਰ ਹੋਈ। ਰਾਹਤ ਦੀ ਖਬਰ ਰਹੀ ਕਿ ਉਹਨਾਂ ਨੂੰ ਕੋਈ ਵੀ ਸੱਟਾਂ ਨਹੀਂ ਆਈਆਂ। ਯੂਕਰੇਨ ਦੇ ਰਾਸ਼ਟਰਪਤੀ ਦੇ ਵਾਹਨ ਨਾਲ ਹਾਦਸਾ ਵਾਪਰਿਆ। ਇੱਥੇ ਕਾਰ ਕ੍ਰੈਸ਼ ਦੀ ਜਾਣਕਾਰੀ ਕੀਵ ਤੋਂ ਸਾਹਮਣੇ ਆ ਰਹੀ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਗੰਭੀਰ ਜ਼ਖਮੀ ਨਹੀਂ ਹੋਏ। ਜੀ ਹਾਂ, ਕੀਵ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਦਾ ਵਾਹਨ ਟ੍ਰੈਫਿਕ ਐਕਸੀਡੈਂਟ ਦਾ ਸ਼ਿਕਾਰ ਹੋਇਆ।
ਜਿਸ ਬਾਰੇ ਉਹਨਾਂ ਦੇ ਸਪੋਕਸਮੈਨ ਵੱਲੋਂ ਫੇਸਬੁੱਕ ਪੋਸਟ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਫਿਲਹਾਲ ਉਹਨਾਂ ਵੱਲੋਂ ਇਹ ਤਾਂ ਨਹੀਂ ਦੱਸਿਆ ਗਿਆ ਕਿ ਇਹ ਹਾਦਸਾ ਕਦੋਂ ਵਾਪਰਿਆ, ਪਰ ਉਹਨਾਂ ਵੱਲੋਂ ਦੱਸਿਆ ਗਿਆ ਕਿ ਰਾਸ਼ਟਰਪਤੀ ਦੇ ਵਾਹਨ ਦੀ ਟੱਕਰ ਇੱਕ ਪ੍ਰਾਈਵੇਟ ਵਾਹਨ ਦੇ ਨਾਲ ਹੋਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਹਾਦਸੇ ਦੇ ਵਿੱਚ ਰਾਸ਼ਟਰਪਤੀ ਨੂੰ ਹਲਕੀਆਂ ਸੱਟਾਂ ਆਈਆਂ ਨੇ, ਪਰ ਇਸ ਸੰਬੰਧੀ ਜਾਂਚ ਪੜਤਾਲ ਜਾਰੀ ਹੈ। ਇਹ ਵੀ ਦੱਸਿਆ ਗਿਆ ਕਿ ਜਿਹੜਾ ਡਰਾਈਵਰ ਪ੍ਰਾਈਵੇਟ ਕਾਰ ਚਲਾ ਰਿਹਾ ਸੀ ਉਸ ਨੂੰ ਰਾਸ਼ਟਰਪਤੀ ਵੱਲੋਂ ਐਮਰਜੈਂਸੀ ਮਦਦ ਵੀ ਦਿੱਤੀ ਗਈ ਤਾਂ ਕਿ ਉਸ ਨੂੰ ਐਂਬੂਲੈਂਸ ਤੱਕ ਪਹੁੰਚਾਇਆ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਸ਼ਟਰਪਤੀ 21 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਵਿੱਚ ਸੰਬੋਧਿਤ ਕਰਨ ਜਾ ਰਹੇ ਹਨ, ਜਿੱਥੇ ਉਹਨਾਂ ਵੱਲੋਂ ਮੌਜੂਦਾ ਸਥਿਤੀ ਦੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਇੱਕ ਬੱਚੇ ਵੱਲੋਂ ਜੋ ਵੀਡ ਓਵਰਡੋਜ਼ ਕੀਤੀ ਗਈ ਉਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਬੱਚੇ ਨੇ ਓਵਰਡੋਜ਼ ਕੀਤੀ ਉਸਦੇ ਪਰਿਵਾਰਕ ਮੈਂਬਰ ਘਰ ਵਿੱਚ ਹੀ ਸਨ ਤੇ ਮਾਂ ਨੂੰ ਇਸ ਮਾਮਲੇ ਸੰਬੰਧੀ ਹਿਰਾਸਤ ਵਿੱਚ ਲਿਆ ਗਿਆ। ਹਾਇਓ ਤੋਂ ਇੱਕ ਛੋਟੇ ਬੱਚੇ ਨੂੰ ਵੀਡ ਦੀ ਓਵਰਡੋਜ਼ ਦੇਣ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਹੁਣ ਪੁਲਿਸ ਵੱਲੋਂ ਤਾਜ਼ਾ ਅਪਡੇਟ ਦਿੱਤੀ ਗਈ ਹੈ। ਇਸ ਬਾਰੇ ਰਿਪੋਰਟ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਇਸ ਬੱਚੇ ਨੂੰ ਉਸ ਵੇਲੇ ਓਵਰਡੋਜ਼ ਦਿੱਤੀ ਗਈ ਜਿਸ ਦੌਰਾਨ ਉਸ ਦਾ ਪਰਿਵਾਰ ਘਰ ਦੇ ਵਿੱਚ ਹੀ ਸੀ। ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਬੱਚੇ ਦੀ ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦਰਅਸਲ ਹਾਇਓ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬੱਚੇ ਵੱਲੋਂ ਕੈਨੇਬੀਸ ਦੀ ਓਵਰਡੋਜ਼ ਕਰ ਲਈ ਗਈ, ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਜਾਣੀ ਕਿ ਮਾਂ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ 30 ਸਾਲਾ ਔਰਤ ਨੂੰ 12 ਸਤੰਬਰ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ। ਜਦੋਂ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਅਪਾਰਟਮੈਂਟ ਵਿੱਚ ਜਾਂਚ ਪੜਤਾਲ ਕੀਤੀ, ਜਿੱਥੇ ਉਹਨਾਂ ਨੂੰ ਕੈਨੇਬੀਸ ਦੀ ਇੱਕ ਸਿਗਰਟ ਔਰਤ ਦੇ ਟੇਬਲ ਦੇ ਉੱਪਰ ਮਿਲੀ ਸੀ। ਪੁਲਿਸ ਨੂੰ ਇੱਕ 8 ਸਾਲ ਦੇ ਬੱਚੇ ਵੱਲੋਂ ਦੱਸਿਆ ਗਿਆ ਕਿ ਬੱਚਾ ਜਦੋਂ ਬਿਮਾਰ ਹੋਇਆ ਉਸ ਤੋਂ ਪਹਿਲਾਂ ਉਸਨੇ ਸਿਗਾਰ ਸਮੋਕ ਕੀਤੀ। ਸਿਗਾਰ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਮਿਲੀਆਂ, ਜਿਨ੍ਹਾਂ ਹਥਿਆਰਾਂ ਦੇ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਮਰੀਕਾ ਤੋਂ ਮੌਂਕੀਪੌਕਸ ਵਾਇਰਸ ਦੀ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਇਸ ਵਾਇਰਸ ਦਾ ਫੈਲਾਅ ਜੋ ਪਹਿਲਾਂ ਦੇਖਣ ਨੂੰ ਮਿਲ ਰਿਹਾ ਸੀ ਉਸ ਵਿੱਚ ਕਮੀ ਆਈ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਕਿਹੜੀ ਥਾਂ ਤੋਂ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਮੌਂਕੀਪੌਕਸ ਵਾਇਰਸ ਦੀ ਅਮਰੀਕਾ ਵਿੱਚ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ ਕਿਹੜੇ ਸੂਬੇ ਤੋਂ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਲੱਗ-ਅਲੱਗ ਸਟੇਟਸ ਦੇ ਵਿੱਚ ਇਸ ਵਾਇਰਸ ਦੇ ਬਾਰੇ ਕੀ ਸਥਿਤੀ ਦੱਸੀ ਗਈ ਤੁਹਾਨੂੰ ਦੱਸਦੇ ਹਾਂ। ਡਿਸਟ੍ਰਿਕਟ ਆਫ ਕੋਲੰਬੀਆ ਵਿੱਚ 473, ਨਿਊਯਾਰਕ ਵਿੱਚ 3694, ਜਾਰਜੀਆ ਵਿੱਚ 1614, ਕੈਲੀਫੋਰਨੀਆ ਵਿੱਚ 4300, ਫਲੋਰੀਡਾ ਵਿੱਚ 2301, ਮੈਰੀਲੈਂਡ ਵਿੱਚ 598, ਇਲੀਨੋਇਸ ਵਿੱਚ 1187, ਵਾਸ਼ਿੰਗਟਨ ਵਿੱਚ 535, ਨਿਊ ਜਰਸੀ ਵਿੱਚ 633, ਟੈਕਸਸ ਵਿੱਚ 2017, ਨੇਵਾਡਾ ਵਿੱਚ 204, ਰੋਡ ਆਈਲੈਂਡ ਵਿੱਚ 61, ਐਰੀਜ਼ੋਨਾ ਵਿੱਚ 399, ਪੈਂਸਿਲਵੇਨੀਆ ਵਿੱਚ 678, ਮੈਸਾਚੂਸੇਟ ਵਿੱਚ 356, ਵਰਜੀਨੀਆ ਵਿੱਚ 422, ਪੋਰਟੋਰੀਕੋ ਵਿੱਚ 155, ਲੁਜ਼ੀਆਨਾ ਵਿੱਚ 219, ਔਰੇਗਨ ਵਿੱਚ 183, ਨਾਰਥ ਕੈਰੋਲੀਨਾ ਵਿੱਚ 435, ਕੋਲੋਰਾਡੋ ਵਿੱਚ 235, ਯੂਟਾ ਵਿੱਚ 128, ਟੈਨੇਸੀ ਵਿੱਚ 239, ਇੰਡੀਆਨਾ ਵਿੱਚ 195, ਮਿਨੀਸੋਟਾ ਵਿੱਚ 163, ਸਾਊਥ ਕੈਰੋਲੀਨਾ ਵਿੱਚ 133, ਮਿਸ਼ੀਗਨ ਵਿੱਚ 237, ਹਾਇਓ ਵਿੱਚ 236, ਨਿਊ ਹੈਂਪਸ਼ਾਇਰ ਵਿੱਚ 27, ਮਿਸੀਸਿਪੀ ਵਿੱਚ 55, ਐਲਬਾਮਾ ਵਿੱਚ 90, ਹਵਾਈ 'ਚ 25, ਅਰਕਾਨਸਾਸ 'ਚ 52, ਨਿਊ ਮੈਕਸੀਕੋ ਵਿੱਚ 33, ਨੇਬਾਰਸਕਾ ਵਿੱਚ 28, ਵਿਸਕੌਨਸਨ ਵਿੱਚ 64, ਕੈਂਟਕੀ ਵਿੱਚ 39, ਓਕਲਾਹੋਮਾ ਵਿੱਚ 31, ਨਾਰਥ ਡਕੋਟਾ ਵਿੱਚ 5, ਵੈਸਟ ਵਰਜੀਨੀਆ ਵਿੱਚ 10, ਵੈਰਮੌਂਟ ਵਿੱਚ 3, ਮੋਂਟਾਨਾ ਵਿੱਚ 5, ਅਲਾਸਕਾ ਵਿੱਚ 3, ਵਾਇਓਮਿੰਗ 2, ਕੈਂਸਸ 7, ਨਿਊ ਡਕੋਟਾ ਵਿੱਚ 2 ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਤੱਕ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।